ब्रिक्स हो जाता है। और इसमें अगर कुछ महत्वपूर्ण जो पॉइंट्स हैं उनके बारे में हम आपको बताना चाहें, जिसमें लीडर्स चर्चा करते हैं और लीडर्स के अलावा जो अधिकारी बैठक करते हैं उसमें चर्चा करते हैं, खासतौर पर व्यापार को लेकर, फाइनेंस को लेकर, स्वास्थ्य और शिक्षा के क्षेत्र को लेकर, साइंस एंड टेक्नोलॉजी को लेकर, कृषि, पर्यावरण, ऊर्जा, लेबर, एंटी करप्शन और एंटी ड्रग्स चर्चा की जाती है। और यही वजह है कि भारत यहाँ पर जब इस बैठक में हिस्सा ले रहा है तो जो ग्लोबल साउथ के देश है उनकी आवाज। तो सर ब्रिक्स ਦੀ ਮੀਟਿੰਗ ਹੈ ਹੁਣ ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਿਹੜੇ ਆ ਮੋਦੀ ਜੀ ਉਹ ਗਏ ਆ ਉੱਥੇ, ਤੇ ਕੀ ਲੱਗਦਾ ਸਰ ਤੁਹਾਨੂੰ ਕੀ ਮੁੱਦੇ ਆ ਬ੍ਰਿਕਸ ਜਿਹੜੇ ਹੋਣੇ ਚਾਹੀਦੇ ਆ, ਇੰਪੋਰਟੈਂਟ ਕੀ ਇਸ਼ੂਜ਼ ਹੈਗੇ ਆ? ਸਭ ਤੋਂ ਪਹਿਲਾਂ ਸਰ ਮੈਨੂੰ ਲੱਗਦਾ ਕਿ ਵਰਲਡ ਪੀਸ ਨਾਲ ਤੇ ਹਿਸਾਬ ਨਾਲ ਕੁਝ ਗੱਲ ਹੋਣੀ ਚਾਹੀਦੀ ਹੈ। ਉਸ ਕਰਕੇ ਕਈ ਚੀਜ਼ਾਂ ਦੇ ਰੇਟ ਵੀ ਵਧ ਰਹੇ ਹੈ, ਮਹਿੰਗਾਈ ਵੀ ਵਧ ਰਹੀ ਹੈ, ਤਾਂ ਸਪਲਾਈ ਚੇਨਸ ਵੀ ਖਰਾਬ ਹੋ ਰਹੀਆਂ। ਤਾਂ ਪਹਿਲਾਂ ਤਾਂ ਉਹ ਡਿਸਕਸ ਕਰਨਾ ਚਾਹੀਦਾ ਕਿਸੇ ਹਿਸਾਬ ਨਾਲ ਵਰਲਡ ਲੀਡਰਸ ਨੂੰ ਪੀਸ ਬਾਰੇ, ਵਾਰ ਐਂਡ ਪੀਸ ਬਾਰੇ ਕੁਝ। ਸਭ ਤੋਂ ਵੱਡੀ ਗੱਲ ਤਾਂ ਜੋ ਮੇਰੇ ਅਕੋਰਡਿੰਗਲੀ ਹੈਗਾ ਉਹ ਇਹ ਹੈ ਕਿ ਪਹਿਲਾਂ ਦਾ ਜਿਹੜਾ ਮੁੱਦਾ ਸਭ ਤੋਂ ਇੰਪੋਰਟੈਂਟ ਪੋਲੀਟੀਕਲ ਇਸ਼ੂ ਹੈ ਇਜ਼ਰਾਈਲ ਪੈਲਸਤੀਨ ਦਾ ਇਸ਼ੂ ਹੈ ਨਾ। ਪੈਲਸਤੀਨੀਅਨਸ ਵਿਚਾਰੇ ਉੱਥੇ ਗਾਜ਼ਾ ਦੇ ਵਿੱਚ ਉਹਨਾਂ ਦਾ ਇੰਨਾ ਬੁਰਾ ਹਾਲ ਹੈ, ਉਹਨਾਂ ਦੀ ਇੰਨੀ ਹਿਊਮਨ ਰਾਈਟ ਵਾਇਲੇਸ਼ਨਸ ਹੋ ਰਹੀਆਂ ਐਂਡ ਇੰਨੇ ਅਟੈਕਸ ਹੋ ਰਹੇ ਇਜ਼ਰਾਈਲ ਵੱਲੋਂ, ਕਦੇ ਹਿਜ਼ਬੁੱਲਾ ਦੇ ਅਟੈਕਸ ਹੈ, ਕਦੇ ਕੁਛ ਅਟੈਕਸ ਹੈ, ਲੇਕਿਨ ਗਾਜ਼ਾ ਦੇ ਲੋਕਾਂ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਤੋ ਜੋ ਗਾਜ਼ਾ 'ਚ ਲੋਕ ਵਿਚਾਰੇ ਸਫਰ ਕਰ ਰਹੇ ਇਸ ਆਪਰੇਸ਼ਨ ਨੂੰ, ਉਹਦੇ ਉੱਪਰ ਇਹਨਾਂ ਵਰਲਡ ਲੀਡਰਸ ਦਾ ਇੱਕ ਸਟੈਂਡ ਹੋਣਾ ਚਾਹੀਦਾ, ਕਿਉਂਕਿ ਇਸ US ਤਾਂ ਹੈ ਨਹੀਂ ਦੇਖੋ ਬ੍ਰਿਕਸ ਦੇ ਵਿੱਚ, ਹੈ ਨਾ। ਐਂਡ US ਦੀ ਗੁੰਡਾਗਰਦੀ ਕਿੰਨੀ ਦੇਰ ਚੱਲੂਗੀ? ਬੇਸਿਕਲੀ ਇਜ਼ਰਾਈਲ US ਦੀ ਗੁੰਡਾਗਰਦੀ 'ਤੇ ਇਹ ਕੰਮ ਕਰਦਾ ਸਾਰਾ ਦਾ ਸਾਰਾ। ਹੁਣ ਐਜ਼ ਅ ਆਲਟਰਨੇਟ ਬਲੌਕ ਬ੍ਰਿਕਸ ਅਮਰਜ ਹੋਇਆ ਹੈ, तो बैलेंस ऑफ पावर ਨੂੰ ਸਿਸਟਮ ਨੂੰ ਸੈੱਟ ਕਰਨ ਵਾਸਤੇ ਬ੍ਰਿਕਸ ਦਾ ਰੋਲ ਬੜਾ ਇੰਪੋਰਟੈਂਟ ਹੈ, ਕਿਉਂਕਿ ਅਗਰ ਇਹ ਕਾਮਨ ਵੌਇਸ 'ਚ ਗੱਲ ਕਹਿਣਗੇ ਸਾਰੇ ਜਾਣੇ ਕਿ ਅਸੀਂ ਸਾਰੇ ਪੈਲਸਤੀਨੀਅਨਸ ਨਾਲ ਖੜੇ ਹਾਂ ਐਂਡ ਪੈਲਸਤੀਨ 'ਚ ਹੋਣ ਵਾਲੇ ਹਿਊਮਨ ਰਾਈਟ ਵਾਇਲੇਸ਼ਨਸ ਦੀ ਅਸੀਂ ਉਹ ਕਰਦੇ ਹੈ ਨਾ, ਬਿਲਕੁਲ ਗਲਤ ਹੈ ਉਹ। ਤਾਂ ਮੈਨੂੰ ਲੱਗਦਾ ਕਿ ਅਮਰੀਕਾ ਦੇ ਉੱਪਰ ਪ੍ਰੈਸ਼ਰ ਪਊਗਾ ਫਿਰ, ਐਂਡ ਸੋਚੂਗੀ ਅਮਰੀਕਾ ਕਿ ਹੁਣ ਉਹ ਇਕੱਲਾ ਨਹੀਂ ਹੈਗਾ ਗੇਮ 'ਚ, ਐਂਡ ਇਟਸ ਅ ਮਲਟੀ ਪਾਵਰ ਵਰਲਡ ਐਂਡ ਮਲਟੀਪੋਲਰ ਵਰਲਡ 'ਚ ਉਹਨੂੰ ਵੀ ਆਪਦੀ ਪੋਜੀਸ਼ਨ ਦੇਖਣੀ ਚਾਹੀਦੀ ਹੈ। चाइना है, रशिया है, एड्डी वड्डिया कंट्रीज है, इंडिया है ना। सो ब्रिक्स इज बिग थिंग नाउ। और मुस्कान की लगता है सर टेरिटोरियल सॉवरेनिटी होनी चाहिए है। फॉर एग्जांपल हुन चाइना भी इस दा मैंबर है एंड इंडिया भी इस दा मैंबर है, तो पैंगोंग लेक का जो इशू है एंड जो LAC लाइन ऑफ एक्चुअल कंट्रोल ਦਾ ਇਸ਼ੂ ਹੈ, ਉਹਨਾਂ ਦੇ ਉੱਤੇ ਦੋਨਾਂ ਨੂੰ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਕਿ ਕਿਵੇਂ ਆਪਾਂ ਪੀਸਲੀ ਰਿਲੇਸ਼ਨਸ ਬਣਾ ਕੇ ਤੇ ਜਿਹੜਾ ਸਕਾਈ ਚੇਨ ਦਾ ਇਸ਼ੂ ਹੋ ਗਿਆ ਉਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ। तो टेरिटोरियल सॉवरेनिटी का मतलब बेसिकली ये है कि मतलब बॉर्डर्स की रिस्पैक्ट करो। ਹੁਣ ਪਿਛਲੇ 5-6 ਸਾਲਾਂ 'ਚ ਆਪਾਂ ਦੇਖਿਆ ਕਿ ਚਾਈਨਾ ਕਦੇ ਗਲਵਾਨ 'ਚ ਐਂਟਰ ਕਰ ਜਾਂਦਾ ਹੈ, ਕਦੇ ਪੈਂਗੋਂਗ 'ਚ ਐਂਟਰ ਕਰ ਜਾਂਦਾ ਹੈ, ਕਦੇ ਇਹ ਆਪਣਾ ਜਿਹੜਾ ਆਪਣਾ ਉੱਧਰਲੀ ਸਾਈਡ 'ਤੇ ਸਿੱਕਿਮ ਵਾਲੀ ਸਾਈਡ 'ਤੇ ਡੋਕਲਾਮ ਪਲੈਟਿਊ ਹੋ ਗਿਆ, ਉੱਧਰਲੀ ਸਾਈਡ ਤਵਾਂਗ ਏਰੀਆ 'ਚ ਐਂਟਰ ਕਰ ਗਿਆ। ਸੋ ਈਵਨ ਮਤਲਬ ਸਾਊਥ ਆਫ ਇੰਡੀਆ ਦੇ ਵਿੱਚ ਵੀ ਕੁਝ ਆਈਲੈਂਡਸ ਹੈਗੇ ਜਿਨ੍ਹਾਂ ਦੇ ਉੱਪਰ ਇਹ ਪੋਰਟ ਆਫ ਕਾਲ ਬਣਾ ਰਿਹਾ ਹੈ ਨਾ। तो ये सारी चीज़ा बड़ी इंपॉर्टेंट है कि ये पुरानियां गल्लां है टेरिटोरीयल सॉवरेनिटी वालियां। तुसी मिडल सेंचुरी वालियां वॉर्स नू मॉडर्न टाइम्स क्यों, क्योंकि होर मुद्दे बड़े इंपॉर्टेंट है दुनिया सामने। तो आई थिंक ब्रिक्स नू इहदे उपर भी डिस्कशन जिहड़ी करनी चाहिए है। होर की लगता है होर मुद्दा की होना चाहिए ब्रिक्स दे विच? तुसी दसो सर ऑयल इंपोर्ट्स हो गए जिवें कि इन्फ्लेशन हुण वध रही है, ਤਾਂ ਰਸ਼ੀਆ ਤੋਂ ਜਿਹੜਾ ਆਇਲ ਆ ਰਿਹਾ ਹੁਣ ਰਸ਼ੀਆ ਯੂਕਰੇਨ ਵਾਰ ਕਰਕੇ, ਤਾਂ ਇੰਟਰਨੈਸ਼ਨਲੀ ਵੀ ਜੇ ਆਪਾਂ ਦੇਖੀਏ ਪ੍ਰਾਈਸਿਸ ਤੇ ਬਹੁਤ ਇਫੈਕਟ ਪੈਂਦਾ। ਅਗਰ ਉਹ ਆਇਲ ਇੰਡੀਆ ਦੇ ਵਿੱਚ ਇੰਪੋਰਟਸ ਹੀ ਮਹਿੰਗੇ ਹੋ ਜਾਣਗੇ ਤਾਂ ਇੰਡੀਆ ਦੇ ਜਿਹੜੇ ਪੀਪਲ ਹੈਗੇ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਵੀ ਜਿਹੜੀ ਇਨਫਲੇਸ਼ਨ ਆ ਉਹਨਾਂ ਦਾ ਸਾਹਮਣਾ ਕਰਨਾ ਪਊਗਾ, ਜੋ ਕਿ ਆਪਣੇ ਲਈ ਬਹੁਤ ਗਲਤ ਗੱਲ ਹੈ। ਤਾਂ ਇੰਡੀਆ ਹਾਈਪਰ ਇਨਫਲੇਸ਼ਨ ਤੇ ਨਾ ਪਹੁੰਚੇ, ਗੈਲੋਪਿੰਗ ਤੋਂ ਨਾ ਰਵੇ, ਕ੍ਰੀਪਿੰਗ ਤੇ ਰਵੇ, ਠੀਕ ਹੈ, 2 to 6% ਦੇ ਵਿੱਚ ਵੀ ਇਨਫਲੇਸ਼ਨ ਰਵੇ, ਤਾਂ ਇਸ ਤੇ ਬਹੁਤ ਵੱਡਾ ਡਿਸੀਜ਼ਨ ਲੈਣ ਦੀ ਲੋੜ ਹੈ। ਸਹੀ ਹੈ। ਹੋਰ ਵੀ ਕੁਝ ਚੀਜ਼ਾਂ ਹੈ ਜਿਹੜੀਆਂ ਮੈਂ ਹਾਈਲਾਈਟ ਕਰੂੰਗਾ। ਇੱਕ ਤਾਂ ਨੰਬਰ 1 ਫਿਊਚਰ ਟੈਕਨੋਲੋਜੀਜ਼ ਦੇ ਉੱਪਰ, ਹੁਣ AI ਐਂਡ ਇਹ ਸਾਰੀ ਚੀਜ਼ਾਂ ਦੇ ਉੱਪਰ ਵੀ, ਕਿਉਂਕਿ ਦੇਖੋ ਗੂਗਲ ਐਂਡ ਇਹ ਸਾਰੇ ਬਹੁਤ ਵੱਡੇ ਲੈਵਲ 'ਤੇ ਇਨਵੈਸਟਮੈਂਟਸ ਕਰ ਰਹੇ ਆ। ਸੋ ਹੂ ਇਜ਼ ਗੋਇੰਗ ਟੂ ਬ੍ਰਿੰਗ AI? ਨੰਬਰ 1, ਇਫ AI ਕਮਸ, ਹੈ ਨਾ, AI ਇਜ਼ ਆਲਰੇਡੀ ਦੇਅਰ, who is going to control AI? Which country is going to control AI? ठीक है। And if tomorrow something bad happens on the AI thing, who is going to take the responsibility of AI and who is going to rectify the issues that the AI is going to bring? तो ये बहुत बड़ा इशू हैगा। ਹੁਣ ਅੱਜ ਸਾਰੀਆਂ ਜਿੰਨੀਆਂ AI ਦੇ ਉੱਤੇ ਕੰਮ ਚੱਲ ਰਿਹਾ, ਮੋਸਟ ਆਫ ਦ ਟੈਕਨੋਲੋਜੀ, ਮੋਸਟ ਆਫ ਦ ਵਰਕ ਜਿਹੜਾ ਹੈ
ਉਹ ਜਾਂ ਤਾਂ US 'ਚ ਚੱਲ ਰਿਹਾ ਜਾਂ ਚਾਈਨਾ 'ਚ ਚੱਲ ਰਿਹਾ। ਹੁਣ ਕੱਲ੍ਹ ਨੂੰ ਇਹ ਪੂਰੀ ਦੁਨੀਆ ਨੂੰ ਕੰਟਰੋਲ ਨਾ ਕਰਨ, ਇਫ ਦੇ ਆਰ, ਐਂਡ ਇੰਡੀਆ ਹੈਜ਼ ਟੂ ਕਮ ਫਾਰਵਰਡ ਇਨ ਦੈਟ। ਦੂਸਰਾ ਜਿਹੜਾ ਇੰਪੋਰਟੈਂਟ ਇਸ਼ੂ ਜਿਹੜਾ ਮੈਨੂੰ ਲੱਗਦਾ ਹੈ ਕਲਾਈਮੇਟ ਚੇਂਜ ਦਾ ਹੈਗਾ, ਕਿ ਕਲਾਈਮੇਟ ਚੇਂਜ ਦੇ ਉੱਪਰ ਕੁਝ ਕੰਸੈਂਸਸ ਹੋਣਾ ਚਾਹੀਦਾ ਹੈ। ਜਿਹੜਾ ਪੈਰਿਸ ਐਗਰੀਮੈਂਟ ਹੋਇਆ ਸੀਗਾ ਐਂਡ ਉਸ ਤੋਂ ਬਾਅਦ ਜਿਹੜੇ 5-6 ਸਾਲ ਇਹਨਾਂ ਨੇ ਨਾ ਗੱਲ ਇਹ ਹੈ ਬੇਸਿਕਲੀ ਨਾ 10 ਸਾਲ ਹੋ ਗਏ, ਇਨਫੈਕਟ 2025 ਚ 10 ਸਾਲ ਕੰਪਲੀਟ ਹੋ ਜਾਣਗੇ ਪੈਰਿਸ ਐਗਰੀਮੈਂਟ ਦੇ, ਤਾਂ ਉਹ ਕੰਮ ਹੋ ਨਹੀਂ ਰਿਹਾ ਉਸ ਲੈਵਲ ਤੇ। ਐਂਡ ਜਿਹੜਾ 2 ਡਿਗਰੀ ਜਾਂ 1.5 ਡਿਗਰੀ ਸੈਲਸੀਅਸ ਦਾ ਆਪਣੇ ਟਾਰਗੇਟਸ ਹੈਗੇ ਉਹ ਮੈਨੂੰ ਨਹੀਂ ਲੱਗਦਾ ਕਿ ਅਚੀਵ ਹੋਣਗੇ। ਐਂਡ ਵੀ ਆਰ ਲੁਕਿੰਗ ਫਾਰਵਰਡ ਟੂ ਐਨ ਐਪੋਕਲਿਪਸ ਐਂਡ ਵੀ ਆਰ ਅਕਾਊਂਟੇਬਲ ਟੂ ਆਰ ਫਿਊਚਰ ਜਨਰੇਸ਼ਨਸ ਕਿ ਉਹ ਕੀ ਹੋਣਗੀਆਂ। ਤਾਂ ਸੈਕਿੰਡ ਜਿਹੜਾ ਇੰਪੋਰਟੈਂਟ ਚੀਜ਼ ਹੈਗੀ ਹੈ ਦੈਟ ਹੈਜ਼ ਟੂ ਬੀ ਕਲਾਈਮੇਟ ਚੇਂਜ, ਨੋ ਡਾਊਟ। ਥਰਡ ਮੈਨੂੰ ਇਹ ਲੱਗਦਾ ਕਿ ਜਿਹੜਾ ਥਰਡ ਇੰਪੋਰਟੈਂਟ ਇਸ਼ੂ ਜਿਹੜਾ ਹੋਣਾ ਚਾਹੀਦਾ ਹੈ ਦੈਟ ਹੈਜ਼ ਟੂ ਬੀ ਰਿਲੇਟਡ ਟੂ ਹੈਲਥ। ਕੋਵਿਡ ਦੇਖੋ ਆਇਆ 2020 ਦੇ ਵਿੱਚ, ਹੈ ਨਾ, ਐਂਡ ਉਦੋਂ ਆਪਾਂ ਨੂੰ ਬਿਲਕੁਲ ਵੀ ਮਤਲਬ ਕਨੈਕਸ਼ਨ ਹੀ ਨਹੀਂ ਸੀ ਕੰਟਰੀ ਟੂ ਕੰਟਰੀ, ਮਤਲਬ ਬਿਲਕੁਲ ਹੀ ਇੰਨੀ ਐਡਵਾਂਸ ਆਪਾਂ ਹੋ ਗਏ ਸੀ ਐਜ਼ ਅ ਵਰਲਡ, ਬਟ ਆਪਣਾ ਕੰਟਰੀ ਟੂ ਕੰਟਰੀ ਕਨੈਕਸ਼ਨ ਹੀ ਨਹੀਂ ਕੋਈ ਹੈਗਾ। ਅਗਰ ਚਾਈਨਾ 'ਚ ਕੁਝ ਵੈਕਸੀਨ ਬਣ ਰਹੀ ਹੈ ਉਹ ਇੰਡੀਆ 'ਚ ਕਿਵੇਂ ਡਿਲੀਵਰ ਹੋਊਗੀ, ਇੰਡੀਆ ਦੇ ਕੁਝ ਰਿਸਰਚਰਸ ਕੰਮ ਕਰ ਰਹੇ ਆ, ਮਤਲਬ ਕੋਲੈਬੋਰੇਸ਼ਨ ਹੀ ਨਹੀਂ ਹੈਗੀ ਪੂਰੀ ਦੁਨੀਆ, ਮਤਲਬ ਵਰਲਡ ਐਨਾਰਕੀ 'ਚ ਸੀਗਾ। ਤਾਂ ਹੀ ਕੋਵਿਡ ਫੈਲ ਗਿਆ, ਤਾਂ ਹੀ ਉਹਨੇ ਇੰਨੀ ਪ੍ਰੋਬਲਮਸ ਕੀਤੀਆਂ। ਤਾਂ ਕੱਲ੍ਹ ਨੂੰ ਕੋਈ ਵਾਇਰਸ ਐਕਸ ਆਉਂਦਾ ਹੈ ਜਿਵੇਂ ਅੱਜ ਕੱਲ੍ਹ ਗੱਲਾਂ ਚੱਲਦੀਆਂ, ਤਾਂ ਆਰ ਵੀ ਰੀਅਲੀ ਰੈਡੀ ਇਨ ਟਰਮਸ ਆਫ ਕੰਟਰੀ ਟੂ ਕੰਟਰੀ ਕੋਲੈਬੋਰੇਸ਼ਨ, ਹੈ ਨਾ, ਪ੍ਰੀਵੈਂਸ਼ਨ ਹੈ, ਚੈਕਿੰਗ ਹੈ, ਸਰਵੇਲੈਂਸ ਹੈ। ਤਾਂ ਉਹ ਸਾਰੀ ਚੀਜ਼ਾਂ ਦੇ ਉੱਪਰ ਵੀ ਐਂਡ WHO ਦੇ ਰਿਫਾਰਮਸ ਦੇ ਵਿੱਚ ਵੀ ਡਿਸਕਸ਼ਨ ਜਿਹੜੀਆਂ ਹੋਣੀਆਂ ਚਾਹੀਦੀਆਂ। ਸੋ ਮੇਰੇ ਅਕੋਰਡਿੰਗਲੀ ਤਿੰਨ ਇੰਪੋਰਟੈਂਟ ਚੀਜ਼ਾਂ ਹੈ ਜਿਹਦੇ ਤੇ ਬ੍ਰਿਕਸ ਨੂੰ ਕੰਮ ਕਰਨਾ ਚਾਹੀਦਾ। ਨੰਬਰ 1 is no doubt Palestine issue, which is very important. Number 2 is AI, and number 3 is climate change, and number 4 no doubt health issues. तो ये बात है, ठीक है, चलो, थैंक यू।